साध संगत आप सब माई भाई जितने भी सतगुरु जी की पवित्र हजूरी में पहुंचे हो, सारे अपनी रचना की सफलता वास्ते शब्द में बोलने की खिचल करो। पहले हिस्से में दास बोलता है, दूसरे हिस्से में सब भाई। और तीसरे हिस्से में सब बीबियां भी शब्द में बोल के अपनी रचना पवित्र बना। सार न डाणा तेरी नी मैं, सार न डाणा तेरी, सार न डाणा तेरी, सार न डाणा तेरी। दाना तेरी, दाना दाना तेरी, दाना दाना तेरी, मैं दाना दाना तेरी।
उठा करो बैरा करो मैं जेहि कण चेरी राम। तू सागरो रत्नागरो सार ना जाना तेरी राम। सार ना जाना तू वरदाना कर मेरा मत साई। कृपा की जैसा मत दीजै आठ पैर तुर ध्याई। गर्भ न कीजै रेड़ हो बीजै तांगत जीरे तेरी। सब ऊपर नानक का ठाकुर मैं देही कहन तेरी राम। सार न जाना तेरी मैं सार न जाना तेरी। सार न जाना तेरी मैं सार न जाना तेरी। काफी समय तो आप गुरु चरणों च बैठ के गुरबाणी के कीर्तन उपरंत गुरमत दियां विचारां दा आनंद माण रहे हो। रहते समय तो भी लाभ उठाने का यतन करो। अपने ख्यालों नूं बाहर जान तो रोको। बुद्ध शब्द और विचार के सन्मुख करो तां जो आप गुरमत दी विचारां तो होर भी लाभ उठा सके। अब सबना दे अत्यंत बड़े भाग ने वडभागी हर संगत पावै। क्योंकि सतसंगत मिलदी ही बड़े भागां वालियां नूं। वडभागी साध संग प्राप्त तिन भेटत दुर्मत खोई। तिन की धूर नानक दास वांछा जिन हर नाम हृदय परोई। वडभागी
ਹਰ ਸੰਗਤ ਪਾਵੈ, ਭਾਗਹੀਣ ਭ੍ਰਮ ਚੋਟਾਂ ਖਾਵੇ। ਔਰ ਜਿਨ੍ਹਾਂ ਦੇ ਭਾਗ ਖੋਟੇ ਹੁੰਦੇ ਹਨ, ਉਹਨਾਂ ਨੂੰ ਦਰ ਦਰ ਦੀਆਂ ਠੋਕਰਾਂ ਪ੍ਰਾਪਤ ਹੁੰਦੀਆਂ ਹਨ। ਉਹ ਦੁਨੀਆ ਦੇ ਰੰਗ ਤਮਾਸ਼ੇ ਦੇਖ ਕੇ ਆਪਣਾ ਸਮਾਂ ਬਰਬਾਦ ਤੇ ਕਰ ਦਿੰਦੇ ਹਨ, ਔਰ ਉਹਨਾਂ ਨੂੰ ਬਾਣੀ ਰੂਪੀ ਅੰਮ੍ਰਿਤ ਕੌੜਾ ਲੱਗਦਾ ਹੈ। ਉਹ ਇੱਥੇ ਆ ਕੇ ਗੁਰਬਾਣੀ ਦੇ ਇਸ ਅੰਮ੍ਰਿਤ ਦੇ ਬੁੱਕ ਭਰ ਭਰ ਕੇ ਪੀ ਨਹੀਂ ਸਕਦੇ। ਵਿਪਾਰ ਸਮੂਹਾ ਸਰਵਰ ਭਰਾ, ਪੀ ਨਾ ਸਕੈ ਕੋਈ ਨੀਰ, ਭਾਗ ਵੱਡੇ ਤੈਂ ਪਾਇਓ ਤੂੰ ਭਰ ਭਰ ਪੀਓ ਕਬੀਰ। ਪਰ ਖੋਟੇ ਭਾਗਾਂ ਵਾਲਿਆਂ ਨੂੰ ਵੀ ਅੰਮ੍ਰਿਤ ਕੌੜਾ ਲੱਗਦਾ ਹੈ। ਅੰਮ੍ਰਿਤ ਕੌੜਾ ਵਿਖਿਆ ਮੀਠੀ, ਸਾਖਤ ਕੀ ਬਿਧ ਨੈਣੋ ਡਿਠੀ। ਜਿਸ ਤਰ੍ਹਾਂ ਮੱਖੀ ਨੂੰ ਹਮੇਸ਼ਾ ਗੰਦਗੀ ਔਰ ਦੁਰਗੰਧੀ ਚੰਗੀ ਲੱਗਦੀ ਹੈ, ਬਿਲਕੁਲ ਇਸੇ ਤਰ੍ਹਾਂ ਖੋਟੇ ਭਾਗਾਂ ਵਾਲਿਆਂ ਨੂੰ, ਮਨਮੁਖਾਂ ਨੂੰ, ਪਾਪੀ ਪੁਰਸ਼ਾਂ ਜਾਂ ਸਾਧਕਾਂ ਨੂੰ ਵੀ ਪਾਪੀ ਭਗਤ ਨਾ ਭਾਵੇ, ਹਰ ਪੂਜਾ ਨਾ ਸੁਹਾਏ। ਬਾਕੀ ਚੰਦਨ ਪਰ ਹਰੈ ਜੈ, ਬਿਗੰਧ ਤਹਿ ਜਾਏ। ਭਾਗਹੀਣ ਭ੍ਰਮ ਚੋਟਾਂ ਖਾਵੇ। ਬਿਨ ਭਾਗਾਂ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀ। ਜਿਹੜਾ ਮਨ ਪਹਿਲਾਂ ਹੀ ਪਾਪਾਂ ਦੀ ਮੈਲ ਨਾਲ ਕਾਲਾ ਹੋ ਚੁੱਕਾ ਹੈ, ਜੇ ਸਤ ਸੰਗਤ ਨਾ ਮਿਲੇ ਉਹਦੇ ਵਿੱਚ ਮੈਲ ਹੋਰ ਭਰ ਜਾਂਦੀ ਹੈ, ਹੋਰ ਕਾਲਾ ਹੋ ਜਾਂਦਾ ਹੈ। ਜਦੋਂ ਇਹਦਾ ਸਤ ਸੰਗਤ ਰੂਪੀ ਨਦੀ ਵਿੱਚ ਇਸ਼ਨਾਨ ਕਰਵਾਇਆ ਜਾਂਦਾ ਹੈ, ਫਿਰ ਮਨ ਨੂੰ ਲੱਗੀ ਪਾਪਾਂ ਦੀ ਮੈਲ ਉਤਰਦੀ ਹੈ। ਮੈਲ ਖੋਈ ਕੋਟ ਅਗ ਹਰੇ, ਨਿਰਮਲ ਭਏ ਚੀਤਾ। ਚੀਤਾ ਹਿਰਦਾ ਸ਼ੁੱਧ ਹੋ ਜਾਂਦਾ ਹੈ। ਉਹ ਸਾਧ ਸੰਗਤ ਆਪਾਂ ਆਮ ਭਾਸ਼ਾ ਦੇ ਵਿੱਚ ਕਦੀ ਇਸ ਨੂੰ ਮਨ ਕਹਿ ਦਿੰਦੇ ਹਾਂ, ਕਦੀ ਹਿਰਦਾ ਕਹਿ ਦਿੰਦੇ ਹਾਂ, ਕਦੀ ਚਿੱਤ ਕਹਿ ਦਿੰਦੇ ਹਾਂ। ਪਰਮਾਰਥ ਦੀ ਭਾਸ਼ਾ ਵਿੱਚ ਇਸ ਦਾ ਨਾਮ ਅੰਤःਕਰਨ ਹੈ। ਅੰਤःਕਰਨ ਜਿਸ ਦਾ ਲਫ਼ਜ਼ੀ ਅਰਥ ਹੈ, ਇਹ ਆਪਣੀ ਵਿਆਖਿਆ ਆਪ ਹੀ ਕਰਦਾ ਹੈ। ਅੰਤः ਭਾਵ ਅੰਦਰ ਦੀ, ਕਰਨ ਤੋਂ ਭਾਵ ਇੰਦਰੀ। ਅੰਤःਕਰਨ ਅੰਦਰ ਦੀ ਉਹ ਇੰਦਰੀ ਜਦੋਂ ਇਹ ਸੰਕਲਪ ਵਿਕਲਪ ਕਰਦੀ ਹੈ, ਉਦੋਂ ਇਸ ਨੂੰ ਮਨ ਕਹਿ ਦਿੱਤਾ ਜਾਂਦਾ ਹੈ, ਕਿਉਂਕਿ ਮਨ ਦਾ ਸਰੂਪ ਹੀ ਇਹ ਹੈ। ਮਨ ਕੋਈ ਇਹੋ ਜਿਹੀ ਠੋਸ ਚੀਜ਼ ਤੇ ਹੈ ਨਹੀਂ ਜਿਹਨੂੰ ਆਪਾਂ ਪਕੜ ਕੇ ਕਹਿ ਸਕੀਏ ਕਿ ਇਹ ਮਨ ਹੈ। ਮਨ ਦਾ ਆਪਣਾ ਕੋਈ ਸਟਰਕਚਰ, ਕੋਈ ਢਾਂਚਾ ਨਹੀਂ। ਜਿਹੜੀ ਅੰਦਰ ਖਿਆਲਾਂ ਦੀ ਉਧੇੜ ਬੁਣ ਹੋ ਰਹੀ ਹੈ, ਇੱਕ ਸੰਕਲਪ ਪੈਦਾ ਹੋ ਗਿਆ, ਉਸ ਸੰਕਲਪ ਨੂੰ ਪੂਰਾ ਕਰਨ ਵਾਸਤੇ ਤ੍ਰਿਵਿਉਂਤਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ, ਉਹਦਾ ਵਿਕਲਪ ਲੱਭਣਾ ਸ਼ੁਰੂ ਕਰ ਦਿੱਤਾ। ਅੰਦਰ ਦੇ ਸੰਕਲਪਾਂ ਦਾ ਜਾਂ ਵਿਕਲਪਾਂ ਦਾ ਤਾਣਾ ਬਾਣਾ ਹੀ ਦਰਅਸਲ ਮਨ ਹੈ। ਸੰਕਲਪੋ ਵਿਕਲਪੋ ਹੀ ਮਨੋ, ਇਹ ਮਨ ਦੀ ਪਰਿਭਾਸ਼ਾ ਦਿੱਤੀ ਜਾਂਦੀ ਹੈ। ਹਾਂ, ਜਦੋਂ ਇਹ ਸੰਕਲਪ ਵਿਕਲਪ ਕਰਦਾ ਹੈ, ਉਦੋਂ ਮਨ ਬਣ ਜਾਂਦਾ ਹੈ। ਜਦੋਂ ਕਿਸੇ ਦਾ ਚੇਤਾ ਜਾਂ ਸਿਮਰਨ ਕਰਦਾ ਹੈ, ਉਦੋਂ ਚਿੱਤ ਬਣ ਜਾਂਦਾ ਹੈ। ਜਦੋਂ ਕਿਸੇ ਗੱਲ ਦਾ ਨਿਰਣਾ ਕਰਦਾ ਹੈ, ਵਿਚਾਰ ਕਰਦਾ ਹੈ, ਉਦੋਂ ਇਸ ਨੂੰ ਬੁੱਧ ਕਹਿ ਦਿੱਤਾ ਜਾਂਦਾ ਹੈ। ਔਰ ਜਦੋਂ ਅਹੰਗਤਾ ਧਾਰਨ ਕਰਦਾ ਹੈ, ਉਦੋਂ ਇਸ ਨੂੰ ਅਹੰਕਾਰ ਕਹਿ ਦਿੱਤਾ ਜਾਂਦਾ ਹੈ। ਉਹ ਇੰਦਰੀ ਹੈ। ਕਦੀ ਇਹ ਮਨ ਦੀ ਸ਼ਕਲ ਅਖਤਿਆਰ ਕਰ ਲੈਂਦੀ ਹੈ, ਕਦੀ ਚਿੱਤ ਦੀ, ਕਦੀ ਬੁੱਧ ਦੀ, ਔਰ ਕਦੀ ਅਹੰਕਾਰ ਦੀ। ਜਿੰਨੀ ਦੇਰ ਇਸ ਨੂੰ ਸਤਸੰਗ ਤੋਂ ਮੋਸਰ ਨਹੀਂ ਹੁੰਦੀ, ਉਨੀ ਦੇਰ ਮੈਲੀ ਹੀ ਰਹਿੰਦੀ ਹੈ। ਪਰ ਜਦੋਂ ਉਸ ਨੂੰ ਸਤਸੰਗਤ ਪ੍ਰਾਪਤ ਹੁੰਦੀ ਹੈ, ਫਿਰ ਇਹਦੇ ਵਿੱਚ ਪਰਿਵਰਤਨ ਹੋਣਾ ਸ਼ੁਰੂ ਹੁੰਦਾ ਹੈ। ਪਹਿਲਾਂ ਤਾਂ ਆਪਾਂ ਮਨ ਇਹਦੀ ਬਾਬਤ ਵਿਚਾਰ ਕਰੀਏ, ਇਹਦੇ ਸੰਕਲਪ ਸ਼ੁੱਧ ਹੋਣ ਲੱਗ ਜਾਂਦੇ ਹਨ।
ਸਾਧ ਸੰਗਤ ਜਦੋਂ ਸੰਕਲਪ ਸ਼ੁਭ ਹੋਵੇਗਾ, ਉਸ ਦਾ ਵਿਕਲਪ ਕਦੀ ਅਸ਼ੁਭ ਨਹੀਂ ਹੋ ਸਕਦਾ। ਮਨ ਵਿੱਚ ਸ਼ੁਭ ਹੀ ਸੰਕਲਪ ਉੱਠਦੇ ਹਨ, ਉਹਨਾਂ ਨੂੰ ਪੂਰੇ ਕਰਨ ਵਾਸਤੇ ਇਹ ਸ਼ੁਭ ਹੀ ਉਹਨਾਂ ਦੇ ਵਿਕਲਪ ਲੱਭਦਾ ਹੈ। ਮਨ ਵਿੱਚ ਫਿਰ ਕਿਹੋ ਜਿਹੇ ਸੰਕਲਪ ਆਉਂਦੇ ਨੇ? ਜਦੋਂ ਇਸ ਨੂੰ ਸਤ ਸੰਗਤ ਮੌਸਰ ਹੁੰਦੀ ਹੈ, ਜਦੋਂ ਸਤ ਸੰਗਤ ਵਿੱਚ ਜਾ ਕੇ ਸੋਝੀ ਪੈਂਦੀ ਹੈ, ਗੁਰਮੁਖ ਨਾਮ ਦਾਨ ਇਸ਼ਨਾਨ, ਫਿਰ ਇਹਦੇ ਮਨ ਵਿੱਚ ਵੀ ਸੰਕਲਪ ਉੱਠਦਾ, ਮੈਂ ਰੋਜ਼ਾਨਾ ਅੰਮ੍ਰਿਤ ਵੇਲੇ ਸਾਵਧਾਨ ਹੋਵਾਂ, ਇਸ਼ਨਾਨ ਕਰਾਂ, ਫਿਰ ਇਕਾਂਤ ਬੈਠ ਕੇ ਰੱਬ ਦੀ ਬੰਦਗੀ ਵਿੱਚ ਜੁੜਾਂ, ਗੁਰਬਾਣੀ ਪੜ੍ਹਾਂ, ਸਾਧ ਸੰਗਤ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਾਂ। ਜਦੋਂ ਮਨ ਵਿੱਚ ਐਸੇ ਸੰਕਲਪ ਪੈਦਾ ਹੋਣ ਲੱਗ ਜਾਣ, ਫਿਰ ਸਮਝ ਲਓ ਕਿ ਮਨ ਸ਼ੁੱਧ ਹੋਣਾ ਸ਼ੁਰੂ ਹੋ ਗਿਆ ਹੈ। ਪ੍ਰਭ ਇਹ ਹੈ ਮਨੋਰਥ ਮੇਰਾ, ਕਿਰਪਾ ਨਿਧਾਨ ਦਇਆਲ ਮੋਹਿ ਦੀਜੈ ਕਰ ਸੰਤਨ ਗਾਚੇਰਾ। ਪ੍ਰਾਤः ਹੈ ਕਾਲ ਲਾਗੋਂ ਗੁਰ ਚਰਣੀ, ਨਿਸਬਾਸੁਰ ਦਰਸ ਪਾਵੋਂ, ਤਨ ਮਨ ਅਰਪ ਕਰੋ ਜਨ ਸੇਵਾ ਰਸਨਾ, ਹਰ ਗੁਣ ਗਾਵੋ। ਇਹ ਹੈ ਮਨੋਰਥ ਮੇਰਾ ਪ੍ਰਭ ਜੀ, ਇਹ ਹੈ ਮਨੋਰਥ ਮੇਰਾ, ਇਹ ਹੈ ਮਨੋਰਥ ਮੇਰਾ ਪ੍ਰਭ ਜੀ, ਇਹ ਹੈ ਮਨੋਰਥ ਮੇਰਾ। ਸ਼ੁਭ ਸੰਕਲਪ ਉਠਾਉਂਦਾ ਹੈ। ਇਸੇ ਤਰ੍ਹਾਂ ਜਦੋਂ ਚਿੱਤ ਸ਼ੁਭ ਹੁੰਦਾ ਹੈ, ਸ਼ੁੱਧ ਚਿੱਤ ਦੀ ਨਿਸ਼ਾਨੀ ਹੈ, ਚਿੱਤ ਦਾ ਕੰਮ ਹੈ ਸਿਮਰਨ ਕਰਨਾ। ਸਿਮਰਨ ਨਾਮ ਯਾਦ ਹੈ, ਯਾਦ ਕਰਦਾ ਹੈ ਪ੍ਰਮਾਤਮਾ ਨੂੰ, ਅਕਾਲ ਪੁਰਖ ਵਾਹਿਗੁਰੂ ਨੂੰ। ਪਰ ਜਦੋਂ ਇਹ ਮਲੀਨ ਹੁੰਦਾ ਹੈ, ਫਿਰ ਕਿਹਨਾਂ ਗੱਲਾਂ ਦਾ ਸਿਮਰਨ ਕਰਦਾ ਹੈ? ਕਦੀ ਮਾਇਆ ਦਾ ਚਿੰਤਨ ਕਰਦਾ ਹੈ, ਕਦੀ ਆਪਣੇ ਪੁੱਤਰਾਂ ਧੀਆਂ ਦਾ ਸਿਮਰਨ ਕਰਦਾ ਹੈ, ਕਦੀ ਆਪਣੇ ਮਾਲ ਧਨ ਜ਼ਮੀਨ ਜਾਇਦਾਦ ਦਾ ਸਿਮਰਨ ਕਰਦਾ ਹੈ, ਕਿਉਂਕਿ ਇਹ ਤਾਂ ਇਸ ਦਾ ਕੰਮ ਹੈ। ਚਿੱਤ ਨੇ ਤਾਂ ਕਿਸੇ ਦਾ ਸਿਮਰਨ ਕਰਦੇ ਹੀ ਰਹਿਣਾ ਹੈ। ਔਰ ਜੇ ਇਸ ਨੂੰ ਸਤ ਸੰਗਤ ਮੌਸਰ ਨਾ ਹੋਵੇ, ਜਿਹੜਾ ਸਿਮਰਨ ਚਿੱਤ ਕਰਦਾ ਹੈ, ਉਹ ਸਿਮਰਨ ਵਕਤੇ ਅਖੀਰ ਤੱਕ ਜਾਰੀ ਹੀ ਰਹਿੰਦਾ ਹੈ।
ਉਹ ਸਿਮਰਨ ਇਸ ਨੂੰ ਅਧੋਗਤੀ ਵੱਲ ਲੈ ਜਾਂਦਾ ਹੈ। ਅੰਤਕਾਰ ਜੋ ਲక్ష్ਮੀ ਸਿਮਰੈ, ਜਿਹੜੇ ਸਾਰੀ ਜ਼ਿੰਦਗੀ ਮਾਇਆ ਦਾ ਹੀ ਚਿੰਤਨ ਕਰਦੇ ਰਹਿੰਦੇ ਹਨ, ਇਹ ਚਿੰਤਨ ਅੰਤ ਪਰਯੰਤ ਜਾਰੀ ਰਹਿੰਦਾ ਹੈ। ਉਸ ਚਿੰਤਨ ਦਾ ਫਲ ਦੱਸਦੇ ਨੇ ਭਗਤ ਤ੍ਰਿਲੋਚਨ ਜੀ। ਅੰਤਕਾਰ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਵੱਲ ਵੱਲ ਅਵਤਰੈ। ਇਸ ਨੂੰ ਸੱਪ ਦੀ ਜੋਨੀ ਵਿੱਚ ਲੈ ਜਾਂਦਾ ਹੈ। ਉਹ ਸਾਰ ਸੰਗ ਤੇ ਕੋਈ ਤੁਕਬੰਦੀ ਜਾਂ ਕਿਸੇ ਦੀ ਬਣਾਈ ਕਪੂਰ ਕਲਪਨਾ ਨਹੀਂ, ਨਾ ਕਿਸੇ ਕਵੀ ਦੀ ਕਵਿਤਾ ਹੈ। ਇਹ ਤੇ ਭਗਤਾਂ ਦੇ ਹਿਰਦੇ ਰੂਪੀ ਚਸ਼ਮੇ ਵਿੱਚੋਂ ਨਿਕਲੀ ਉਹ ਅੰਮ੍ਰਿਤਮਈ ਬਾਣੀ ਹੈ। ਬਾਣੀ ਉਚਰੈ ਸਾਧ ਜਨ ਅਮਿਓ ਚੱਲੇ ਝਰਨੇ, ਜਿਸ ਨੂੰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਬਾਣੀ ਦੇ ਤੁਲ ਸਨਮਾਨ ਦੇ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਕੀਤਾ ਹੈ। ਮਾਇਆ ਦਾ ਚਿੰਤਨ ਇਸ ਨੂੰ ਕਿੱਧਰ ਲੈ ਜਾਂਦਾ ਹੈ। ਅੰਤਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਵੱਲ ਵੱਲ ਅਵਤਰੈ। ਰੀ ਬਾਈ ਗੋਬਿੰਦ ਨਾਮ ਮਤ ਵੀਸਰੈ। ਨਸੀਹਤ ਦਿੰਦੇ ਨੇ ਭਗਤ ਤ੍ਰਿਲੋਚਨ ਜੀ, ਐ ਜੀਵ ਤੂੰ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰ, ਤੈਨੂੰ ਇਹ ਨਹੀਂ ਵਿਸਰਨਾ ਚਾਹੀਦਾ। ਪਰ ਜੇ ਤੇਰਾ ਸਿਮਰਨ ਇਹ ਦੁਨੀਆ ਦੇ ਧਨ ਪਦਾਰਥਾਂ ਦਾ, ਜੜ ਚੇਤਨ ਮਾਇਆ ਦਾ ਹੀ ਨਿਰੰਤਰ ਹੁੰਦਾ ਰਿਹਾ, ਇਹਦਾ ਨਤੀਜਾ ਤੇਰੇ ਵਾਸਤੇ ਬੜਾ ਖਤਰਨਾਕ ਹੋਵੇਗਾ। ਅੰਤਕਾਰ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਵੇਸਵਾ ਜੋਨ ਵੱਲ ਵੱਲ ਅਵਤਰੈ। ਅੰਤਕਾਰ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋਨ ਵੱਲ ਵੱਲ ਅਵਤਰੈ। ਅੰਤਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸੂਕਰ ਜੋਨ ਵੱਲ ਵੱਲ ਅਵਤਰੈ। ਪਰ ਅਖੀਰ ਵਿੱਚ ਫਰਮਾਨ ਕਰਦੇ ਨੇ ਅੰਤਕਾਲ ਨਾਰਾਇਣ ਸਿਮਰੈ। ਜਿਹੜੇ ਵਕਤ ਅਖੀਰ ਤੱਕ ਉਸ ਨਾਰਾਇਣ ਦਾ, ਪ੍ਰਮਾਤਮਾ ਦਾ, ਅਕਾਲ ਪੁਰਖ ਵਾਹਿਗੁਰੂ ਦਾ ਹੀ ਚਿੰਤਨ, ਉਸੇ ਦਾ ਸਿਮਰਨ ਕਰਦੇ ਰਹਿੰਦੇ ਹਨ। ਇਹ ਸਿਮਰਨ ਮੁਤਬਾਤਰ ਜਾਰੀ ਰਹਿੰਦਾ ਹੈ। ਕਬੀਰ ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭੈ, ਓੜ ਵਕਤ ਅਖੀਰ ਤੱਕ ਸੇਵਕ ਕੀ ਓੜਕ ਨਿਭੀ, ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰਾਖਿਓ ਚੀਤ। ਵਕਤ ਅਖੀਰ ਤੱਕ ਉਹ ਪ੍ਰਮਾਤਮਾ ਦਾ ਨਾਮ ਕਦੀ ਵਿਸਰੇ ਹੀ ਨਾ। ਉਹਨਾਂ ਦੀ ਬਾਬਤ ਵੀ ਭਗਤ ਤ੍ਰਿਲੋਚਨ ਜੀ ਨੇ ਕਥਨ ਕੀਤਾ ਹੈ, ਅੰਤਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਬਦਤ ਤ੍ਰਿਲੋਚਨ ਤੇ ਦਰ ਮੁਕਤਾ, ਪੀਤਾੰਬਰ ਵਾਂਕੈ ਹਿਰਦੈ ਵਸੈ। ਤਾਂ ਤੇ ਧਿਆਨ ਦਿਓ, ਜਿਹੜਾ ਚੇਤਾ ਹੈ ਸਿਮਰਨ, ਉਹ ਜਦੋਂ ਚਿੱਤ ਮਲੀਨ ਹੋਵੇਗਾ ਜਾਂ ਅਪਵਿੱਤਰ ਹੋਵੇਗਾ, ਉਦੋਂ ਚਿੰਤਨ ਵੀ ਇਹੋ ਜਿਹੇ ਹੋਣਗੇ। ਜਦੋਂ ਇਹ ਪਵਿੱਤਰ ਹੋ ਜਾਏਗਾ, ਫਿਰ ਸਿਮਰਨ ਕਰੇਗਾ ਪ੍ਰਮਾਤਮਾ ਦਾ, ਅਕਾਲ ਪੁਰਖ ਵਾਹਿਗੁਰੂ ਦਾ, ਉਸਦੇ ਨਾਮ ਦਾ। ਇਸੇ ਤਰ੍ਹਾਂ ਬੁੱਧ ਹੈ, ਜਦੋਂ ਬੁੱਧ ਅਪਵਿੱਤਰ ਹੋਵੇਗੀ, ਫਿਰ ਇਹਦੇ ਅੰਦਰ ਪਰਾਗੰਦਾ ਵਿਚਾਰ ਆਉਣਗੇ। ਔਰ ਜਦੋਂ ਇਹਦਾ ਸਤਸੰਗ ਰੂਪੀ ਨਦੀ ਪਰ ਇਸ਼ਨਾਨ ਕਰਵਾ ਕੇ ਇਸ ਨੂੰ ਸ਼ੁੱਧ ਕਰ ਲਿਆ ਜਾਏਗਾ, ਫਿਰ ਸਤ ਔਰ ਅਸਤ ਦੀ ਵਿਚਾਰ ਕਰੇਗਾ, ਤਤ ਮਿਥਿਆ ਦਾ ਵਿਵੇਚਨ ਕਰੇਗਾ। ਇਸੇ ਤਰ੍ਹਾਂ ਅਹੰਕਾਰ ਜਦੋਂ ਅਪਵਿੱਤਰ ਹੈ, ਉਦੋਂ ਇਹ ਆਪਣੀ ਹੰਗਤਾ ਆਪਣੇ ਜਿਸਮ ਦੇ ਵਿੱਚ ਧਾਰਨ ਕਰ ਲਏਗਾ। ਹਮ ਬੰਦੋ ਹਮ ਕਾਲੋਂ ਬੈਰ, ਹਮਰੀ ਭੂਮ ਰੱਖਿਆ ਕੌਣ ਪੈਰ। ਆਪਣੇ ਆਪ ਨੂੰ ਪੰਜਾਂ ਤੱਤਾਂ ਦਾ ਜਿਸਮ ਮੰਨਦਾ ਰਹੇਗਾ, ਔਰ ਜਿਸਮ ਦਾ ਸੁਭਾਵ ਗ੍ਰਹਿਣ ਕਰ ਲਏਗਾ। ਔਰ ਜਦੋਂ ਇਸ ਨੂੰ ਵੀ ਸ਼ੁੱਧ ਕਰ ਲਿਆ ਜਾਵੇਗਾ, ਫਿਰ ਇਹ ਆਪਣੀ ਹੰਗਤਾ ਆਪਣੇ ਜਿਸਮ ਦੇ ਵਿੱਚ ਨਹੀਂ, ਬਲਕਿ ਆਪਣੇ ਸਵੈ ਸਰੂਪ ਦੇ ਵਿੱਚ ਰੱਖੇਗਾ। ਬਜਾਏ ਪੰਜਾਂ ਤੱਤਾਂ ਦਾ ਜਿਸਮ ਸਮਝਣ ਦੇ ਆਪਣੇ ਆਪ ਨੂੰ ਉਹ ਆਤਮਾ ਸਮਝੇਗਾ, ਜਿਹੜੀ ਪਰਮਾਤਮਾ ਦੀ ਅੰਸ਼ ਹੈ। ਔਰ ਪਰਮਾਤਮਾ ਦੀ ਅੰਸ਼ ਹੋਣ ਦੇ ਨਾਤੇ ਉਹਦੇ ਜੈਸੀ ਹੀ ਹੈ। ਜੇ ਪਰਮਾਤਮਾ ਦਾ ਵਾਸਤਵ ਸਰੂਪ ਸਤ ਚਿਤ ਆਨੰਦ ਹੈ, ਫਿਰ ਉਹ ਹੀ ਸਰੂਪ ਆਤਮਾ ਦਾ ਹੈ। ਜਦੋਂ ਇਹ ਅਹੰਕਾਰ ਵੀ ਸ਼ੁੱਧ ਹੋ ਜਾਏਗਾ, ਫਿਰ ਸਾਰ ਸੰਗ ਤੇ ਹੰਗਤਾ ਆਪਣੇ ਜਿਸਮ ਦੇ ਵਿੱਚ ਨਹੀਂ, ਬਲਕਿ ਆਪਣੇ ਨਿਜ ਸਰੂਪ ਦੇ ਵਿੱਚ ਰੱਖੇਗਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਖੈਰ ਧਿਆਨ ਦਿਓ, ਜਿੰਨੀ ਦੇਰ ਤੱਕ
ਇਸ ਨੂੰ ਸਾਧ ਸੰਗਤ ਰੂਪੀ ਤੀਰਥ ਤੇ ਆ ਕੇ ਆਪਣੀ ਅੰਤਸ਼ਕਰਨ ਦਾ ਇਸ਼ਨਾਨ ਕਰਾਉਣ ਦਾ ਅਵਸਰ ਨਹੀਂ ਮਿਲਦਾ। ਤੇ ਸਤਿਗੁਰੂ ਜੀ ਫਰਮਾਨ ਕਰਦੇ ਹਨ, ਬਿਨ ਭਾਗਾ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਵੇ। ਇਹਦੀ ਮੈਲ ਉਤਰਨ ਦੀ ਬਜਾਏ ਮੈਲ ਹੋਰ ਭਰਦੀ ਜਾਂਦੀ ਹੈ। ਸਾਧ ਸੰਗ ਜਿੱਥੋਂ ਆਪਾਂ ਕੱਲ ਪ੍ਰਕਰਨ ਛੱਡਿਆ ਸੀ, ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੰਸਾਰ ਤੇ ਇਸ ਸਤ ਸੰਗਤ ਦੀ ਨਦੀ ਵਿਦਿਤ ਕੀਤੀ, ਇਸ ਦਾ ਵਿਸਥਾਰ ਕੀਤਾ। ਇਸੇ ਮਨੋਰਥ ਵਾਸਤੇ ਗੁਰੂ ਬਾਬਾ ਜੀ ਇਸ ਮਾਤ ਲੋਕ ਤੇ ਆਏ। ਇਸੇ ਮਨੋਰਥ ਵਾਸਤੇ ਆਪਨੇ ਸੱਤਾਂ ਦੀਪਾਂ ਨਵਾਂ ਖੰਡਾਂ ਵਿੱਚ ਵਿਚਰ ਕੇ ਆਪਣੇ ਪੈਰੋਕਾਰਾਂ ਨੂੰ, ਜਗਿਆਸੂ ਜਨਾਂ ਨੂੰ, ਗੁਰਸਿੱਖਾਂ ਨੂੰ ਆਪਣੇ ਅੰਤਸ਼ਕਰਨ ਦੀ ਮੈਲ ਧੋਣ ਵਾਸਤੇ ਇਸ ਭਗਤੀ ਰੂਪੀ ਨਦੀ ਵਿੱਚ ਗੋਤੇ ਲਾਉਣ ਦੀ ਸਤਿਗੁਰੂ ਜੀ ਨੇ ਨਸੀਹਤ ਦਿੱਤੀ। ਹੇਤ ਭਗਤ ਸਰਤਾ ਵਿਸਤਾਰਨ, ਭਗਤੀ ਦੀ ਗੰਗਾ, ਭਗਤੀ ਦੀ ਨਦੀ, ਇਸ ਦਾ ਵਿਸਤਾਰ ਕਰਨ ਲਈ, ਇਸ ਦਾ ਪ੍ਰਵਾਹ ਚਲਾਉਣ ਲਈ ਨਾਨਕ ਰਾਏ ਜਗਤ ਨਿਸਤਾਰਨ। ਉਹ ਕਵੀ ਸੰਤੋਖ ਸਿੰਘ ਜੀ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਨਾਨਕ ਰਾਏ ਕਥਨ ਕਰ ਰਹੇ ਨੇ। ਰਾਏ ਨਾਮ ਰਾਜੇ ਦਾ ਹੈ। ਗੁਰੂ ਨਾਨਕ ਦੇ ਘਰ ਵਿੱਚ ਰਾਜ ਜੋਗ ਚੱਲਿਆ ਆ ਰਿਹਾ ਹੈ। ਕਬ ਕਲ ਸੁਜਸ ਗਾਵੰ ਗੁਰੂ ਨਾਨਕ, ਰਾਜ ਜੋਗ ਜਿਨ ਮਾਣਿਆ। ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਨੇ ਜਿੱਥੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਮਾਤ ਲੋਕ ਤੇ ਆਗਮਨ ਦਾ ਜ਼ਿਕਰ ਕੀਤਾ ਹੈ, ਤਿੰਨ ਬੇਦੀਆਂ ਕੀ ਕੁਲ ਵਿਖੈ। ਗੁਰੂ ਬਾਬਾ ਜੀ ਦੀ ਬਾਬਤ ਸਤਿਗੁਰੂ ਜੀ ਨੇ ਕੀ ਕਿਹਾ? ਪ੍ਰਗਟੇ ਨਾਨਕ ਰਾਏ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਫਿਰ ਇੱਥੇ ਰਾਏ, ਰਾਜਾ ਕਥਨ ਕੀਤਾ ਹੈ। ਰਾਜ ਜੋਗ ਤਖਤ ਦੀਆਂ। ਸਾਡੇ ਗੁਰੂ ਸਾਹਿਬਾਨ ਜਿਹਨੂੰ ਗੁਰਤਾ ਗੱਦੀ ਬਖਸ਼ਦੇ, ਉਦੋਂ ਕੇਵਲ ਰਿੱਧੀਆਂ ਸਿੱਧੀਆਂ ਜਾਂ ਬ੍ਰਹਮ ਗਿਆਨ ਦੇ ਭੰਡਾਰ ਹੀ ਨਹੀਂ, ਬਲਕਿ ਇਹ ਦਾਤ ਵੀ ਨਾਲ ਹੀ ਬਖਸ਼ ਦਿੰਦੇ। ਰਾਜ ਜੋਗ ਤਖਤ ਦੀਆਂ ਗੁਰੂ ਰਾਮਦਾਸ। ਇਹ ਰਾਜ ਜੋਗ ਦਾ ਸੰਕਲਪ ਐਸਾ ਨਹੀਂ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਸਮੇਂ ਤੋਂ ਹੀ ਚੱਲਿਆ ਆਉਂਦਾ ਹੈ। ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਤੋਂ ਚੱਲਿਆ ਆ ਰਿਹਾ ਹੈ। ਪੰਜਵੇਂ ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਦਾ ਪਿਛਲੇ ਦਿਨਾਂ ਵਿੱਚ ਸਿੱਖ ਜਗਤ ਨੇ ਸ਼ਹੀਦੀ ਜੋੜ ਮੇਲਾ ਮਨਾਇਆ, ਜਦੋਂ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਿੱਖੀ ਦੀ ਰਾਹ ਰੀਤ ਦ੍ਰਿੜ ਕਰਵਾਈ, ਸਿੱਖ ਭਾਈਚਾਰਾ ਮਜ਼ਬੂਤ ਹੁੰਦਾ ਚਲਿਆ ਗਿਆ। ਗੁਰੂ ਨਾਨਕ ਦੇ ਪੈਰੋਕਾਰਾਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਚਲੀ ਗਈ। ਵਕਤ ਦੇ ਹਕੂਮਤ ਨੂੰ, ਵਕਤ ਦੇ ਬਾਦਸ਼ਾਹ ਜਹਾਂਗੀਰ ਨੂੰ ਇਸ ਗੱਲ ਦਾ ਫਿਕਰ ਪੈ ਗਿਆ। ਉਹਦਾ ਸਿੰਘਾਸਣ ਡੋਲਣਾ ਸ਼ੁਰੂ ਹੋ ਗਿਆ ਔਰ ਕੁਝ ਉਸ ਨੂੰ ਗੁਰੂ ਘਰ ਦੇ ਵਿਰੋਧੀ, ਗੁਰੂ ਘਰ ਦੇ ਨਿੰਦਕ ਟੱਕਰ ਗਏ। ਉਹਨਾਂ ਨੇ ਬਾਦਸ਼ਾਹ ਦੇ ਪਾਸ ਕੰਨ ਭਰਨੇ ਸ਼ੁਰੂ ਕਰ ਦਿੱਤੇ। ਉਹਨਾਂ ਦੇ ਪਾਸੋਂ ਗੁਰੂ ਘਰ ਦੀ ਨਿੰਦਿਆ ਸੁਣ ਕੇ ਇਸ ਨੇ ਆਪਣੀ ਆਟੋਬਾਇਓਗ੍ਰਾਫੀ ਤੁਧ ਕੇ ਜਹਾਂਗੀਰੀ ਵਿੱਚ ਲਿਖ ਦਿੱਤਾ ਕਿ ਮੈਂ ਸੁਣਿਆ ਕਿ ਦਰਿਆ ਬਿਆਸ ਦੇ ਕਿਨਾਰੇ ਗੋਇੰਦਵਾਲ ਇੱਕ ਅਰਜਨਵਲ ਨਾਮ ਦਾ ਹਿੰਦੂ, ਕਿਉਂਕਿ ਆਪਣੇ ਮਤ ਅਨੁਸਾਰ ਉਹ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਹਿੰਦੂ ਪੀਰ ਕਹਿ ਰਿਹਾ ਹੈ। ਇੱਕ ਹਿੰਦੂ ਪੀਰੀ ਔਰ ਸ਼ੋਖੀ ਦੇ ਭੇਸ ਵਿੱਚ ਰਹਿੰਦਾ ਹੈ। ਸ਼ੋਖੀ ਨਾਮ ਇੱਕ ਤਾਂ ਪੀਰੀ ਹੈ, ਸ਼ੋਖੀ ਨਾਮ ਮੀਰੀ ਦਾ ਹੈ। ਅੱਗੇ ਉਸਨੇ ਵੀ ਜ਼ਿਕਰ ਕੀਤਾ ਹੈ ਕਿ ਉਸਦੇ ਪੈਰੋਕਾਰ, ਉਸਦੇ ਅਨੁਯਾਈ ਉਸਨੂੰ ਸੱਚਾ ਪਾਤਸ਼ਾਹ ਕਹਿੰਦੇ ਨੇ। ਇਹ ਭਿਣਕ ਬਾਦਸ਼ਾਹ ਜਹਾਂਗੀਰ ਨੂੰ ਪੈ ਗਈ ਹੈ ਕਿ ਉਹਨਾਂ ਦੇ ਸਿੱਖ ਸੇਵਕ ਉਹਨਾਂ ਨੂੰ ਸੱਚਾ ਪਾਤਸ਼ਾਹ ਕਹਿ ਰਹੇ ਹਨ। ਆਮ ਤੌਰ ਤੇ ਆਪਾਂ
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਬਾਬਤ ਹੀ ਇਹ ਅਲਫਾਜ਼ ਸੁਣਦੇ ਹਾਂ ਕਿ ਸੰਗਤਾਂ ਉਹਨਾਂ ਨੂੰ ਸੱਚਾ ਪਾਤਸ਼ਾਹ ਕਿਹਾ ਕਰਦੀਆਂ, ਪਰ ਸਾਰ ਸੰਗਤ ਇਹ ਪਾਤਸ਼ਾਹੀ ਤੇ ਸਤਿਗੁਰ ਸੱਚਾ ਪਾਤਸ਼ਾਹ ਹੋਰ ਬਾਦਸ਼ਾਹ ਕੂੜੇ ਦੁਨਿਆਰੇ, ਇਹ ਤੇ ਗੁਰੂ ਨਾਨਕ ਦੇ ਘਰ ਤੋਂ ਹੀ ਚੱਲੀ ਆ ਰਹੀ ਹੈ। ਪ੍ਰਗਟੇ ਨਾਨਕ ਰਾਏ, ਨਾਨਕ ਰਾਏ ਜਗਤ ਵਿਸਤਾਰਨ, ਹਿਤ ਭਗਤ ਸਰਤਾ ਵਿਸਤਾਰਨ, ਨਾਨਕ ਰਾਏ ਜਗਤ ਵਿਸਤਾਰਨ। ਸੁਥਲ ਭਲੋ ਤੇ ਜੋ ਮਨ ਨੀਵਾ, ਜਾਹੇ ਕੀਰਤਨ ਨੀਵ ਸਦੀਵਾ। ਇਹ ਭਗਤ ਰੂਪੀ ਨਦੀ ਕਿੱਥੇ ਵਗਦੀ ਹੈ? ਜਿੱਥੇ ਨਿਮਰਤਾ ਹੋਵੇ। ਇਸ ਦੇ ਵਗਣ ਦਾ ਠਿਕਾਣਾ ਹੈ, ਇਸ ਦੇ ਵਗਣ ਦੀ ਥਾਂ। ਪਾਣੀ ਚੱਲਦਾ ਨਿਵਾਣ ਨੂੰ, ਜਿਸ ਤਰ੍ਹਾਂ ਪਾਣੀ ਹਮੇਸ਼ਾ ਨੀਵੀਂ ਥਾਂ ਵੱਲ ਜਾਂਦਾ ਹੈ ਨਾ, ਇਸੇ ਤਰ੍ਹਾਂ ਜਿਹੜਾ ਭਗਤੀ ਦਾ ਪ੍ਰਵਾਹ ਉਹ ਸਾਰ ਸੰਗਤ ਇਹ ਵੀ ਨਿਵਾਣ ਵਾਲੇ ਪਾਸੇ ਨੂੰ ਚੱਲਦਾ ਹੈ, ਨੀਵੇਂ ਪਾਸੇ ਨੂੰ। ਨੀਵੇਂ ਤੋਂ ਭਾਵ ਨਿਮਰਤਾ। ਹਾਂ ਤੁਸੀਂ ਘੋਲ ਘੁਮਾਇਆ, ਕਿਉਂਕਿ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ ਕਿ ਮੈਂ ਉਹਨਾਂ ਤੋਂ ਘੋਲ, ਮੈਂ ਉਹਨਾਂ ਤੋਂ ਵਾਰੀ, ਉਹਨਾਂ ਤੋਂ ਸਦਕੇ ਜਾਂਦਾ ਹਾਂ, ਮੈਂ ਉਹਨਾਂ ਤੋਂ ਕੁਰਬਾਨ ਹਾਂ ਜਿਨ੍ਹਾਂ ਨੇ ਮਨ ਦੀ ਗਰੀਬੀ ਧਾਰਨ ਕੀਤੀ ਹੈ। ਗੁਰਮਤਿ ਹਿਰਦੈ ਗਰੀਬੀ ਆਵੇ, ਇਹਨਾਂ ਦੇ ਹਿਰਦੇ ਅੰਦਰ ਗਰੀਬੀ ਹੈ। ਉਹ ਸਾਰ ਸੰਗਤ ਸਿੱਖ ਦੇ ਹਿਰਦੇ ਵਿੱਚ ਗਰੀਬੀ ਹੈ। ਵੈਸੇ ਤੇ ਸਤਿਗੁਰੂ ਜੀ ਨੇ ਸਿੱਖ ਨੂੰ ਸਰਦਾਰੀ ਬਖਸ਼ੀ ਹੈ। ਲਾ ਕੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਪੜ੍ਹ ਲਓ ਇਤਿਹਾਸ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਪੈਰੋਕਾਰਾਂ ਨੂੰ ਕਾਰੋਬਾਰ ਤੋਂ ਨਹੀਂ ਵਰਜਿਆ, ਬਿਜ਼ਨਸ ਵਪਾਰ ਤੋਂ ਨਹੀਂ ਵਰਜਿਆ, ਬਲਕਿ ਦੂਰ ਦੂਰ ਇਲਾਕਿਆਂ ਦੇ ਵਿੱਚ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਿੱਖ ਸੇਵਕ ਆਪਣਾ ਕਾਰੋਬਾਰ ਵੀ ਕਰਦੇ, ਆਪਣਾ ਬਿਜ਼ਨਸ ਵਪਾਰ ਵੀ ਕਰਦੇ, ਨਾਲ ਨਾਲ ਗੁਰਮਤਿ ਦਾ, ਸਿੱਖੀ ਦਾ ਪ੍ਰਚਾਰ ਵੀ ਕਰਦੇ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਸੋਂ ਜੇ ਕਿਸੇ ਨੇ ਬਾਕਾਇਦਾ ਤੌਰ 'ਤੇ ਸਭ ਤੋਂ ਪਹਿਲਾਂ ਉਪਦੇਸ਼ ਦੀ ਯਾਚਨਾ ਕੀਤੀ, ਲਾਹੌਰ ਦੇ ਰਹਿਣ ਵਾਲਾ ਇੱਕ ਬਹੁਤ ਵੱਡਾ ਸ਼ਾਹੂਕਾਰ ਭਾਈ ਮਨਸੁਖ, ਜਿਸ ਦਾ ਸੰਗਲਾਦੀਪ ਤੱਕ ਵਪਾਰ ਸੀ, ਉਹ ਸਾਰ ਸੰਗਤ ਉਸ ਨੂੰ ਸਤਿਗੁਰੂ ਜੀ ਨੇ ਇਹ ਨਹੀਂ ਕਿਹਾ ਵੀ ਹੁਣ ਆਪਣਾ ਵਪਾਰ ਛੱਡ ਦੇ ਤਾਂ ਸਾਡੀ ਸਿੱਖੀ ਧਾਰਨ ਕਰ ਲਈਏ, ਬਲਕਿ ਉਸ ਨੂੰ ਇਹ ਆਗਿਆ ਕੀਤੀ ਵੀ ਤੂੰ ਜਾ ਸੰਗਲਾਦੀਪ, ਉੱਥੇ ਜਾ ਕੇ ਆਪਣਾ ਕਾਰੋਬਾਰ, ਆਪਣਾ ਵਪਾਰ ਵੀ ਕਰ, ਔਰ ਨਾਲ ਨਾਲ ਜੋ ਤੈਨੂੰ ਅਸੀਂ ਸਿੱਖੀ ਦ੍ਰਿੜ ਕਰਵਾਈ ਹੈ ਇਸ ਦੀ ਵੀ ਕਮਾਈ ਕਰ। ਜਿੱਥੇ ਤੇਰੇ ਪਾਸ ਵਪਾਰ ਵਾਸਤੇ ਹੋਰ ਬਹੁਤ ਸਾਰਾ ਧਨ ਹੈ, ਬੜੇ ਸਾਧਨ ਨੇ, ਉੱਥੇ ਤੈਨੂੰ ਅਸੀਂ ਇੱਕ ਹੋਰ ਕੀਮਤੀ ਦੌਲਤ ਦਿੰਦੇ ਹਾਂ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਨੂੰ ਗੁਰਬਾਣੀ ਦੇ ਸ਼ਬਦ ਲਿਖਾਏ, ਕੁਝ ਇੱਕ ਗੁਰਬਾਣੀ ਦੇ ਸ਼ਬਦਾਂ ਦਾ ਸੰਗ੍ਰਹਿ, ਗੁਰਬਾਣੀ ਦੀ ਪੋਥੀ ਤਿਆਰ ਕਰਵਾਈ। ਉਹ ਪੋਥੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਾਈ ਮਨਸੁਖ ਨੂੰ ਬਖਸ਼ ਦਿੱਤੀ। ਭਾਈ ਮਨਸੁਖ ਤਾਂ ਰੋਜ਼ ਇਸ ਦਾ ਪ੍ਰਕਾਸ਼ ਕਰਨਾ ਹੈ, ਰੋਜ਼ ਇਸ ਦੇ ਵਿੱਚੋਂ ਗੁਰਬਾਣੀ ਪੜ੍ਹਨੀ ਹੈ। ਹੁਣ ਸਾਧ ਸੰਗਤ ਭਾਈ ਮਨਸੁਖ ਫਿਰ ਸੰਗਲਾਦੀਪ ਜਾ ਕੇ ਵਪਾਰ, ਆਪਣਾ ਕਾਰੋਬਾਰ, ਬਿਜ਼ਨਸ ਤੇ ਪਹਿਲਾਂ ਵੀ ਕਰਦਾ ਸੀ, ਪਰ ਹੁਣ ਇਸ ਦੇ ਜੀਵਨ ਵਿੱਚ ਕੋਈ ਪਰਿਵਰਤਨ ਆ ਗਿਆ ਹੈ। ਖੈਰ ਧਿਆਨ ਦਿਓ, ਸਤਿਗੁਰੂ ਜੀ ਨੇ ਸਰਦਾਰੀਆਂ ਬਖਸ਼ੀਆਂ ਨੇ ਆਪਣੇ ਪੈਰੋਕਾਰਾਂ ਨੂੰ, ਆਪਣੇ ਗੁਰਸਿੱਖਾਂ ਨੂੰ, ਪਰ ਹਿਰਦੇ ਦੀ ਗਰੀਬੀ ਬਖਸ਼ੀ ਹੈ। ਸੁਖੀ ਵਸੈ ਮਸਕੀਨੀਆਂ, ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆ, ਨਾਨਕ ਗਰਭ ਹਿਰਦੈ ਗਰੀਬੀ ਆਵੇ, ਗੁਰਮਤਿ ਹਿਰਦੈ ਗਰੀਬੀ ਆਵੇ, ਹਿਰਦੈ ਗਰੀਬੀ ਆਵੇ, ਹਿਰਦੈ ਗਰੀਬੀ ਆਵੇ।
ਹਉ ਤਿਸ ਕੋਲ ਘੁਮਾਇਆ, ਹਉ ਤਿਸ ਕੋਲ ਘੁਮਾਇਆ। ਸਾਧ ਸੰਗਤ, ਤੇ ਜਿਹੜੀ ਇਹ ਭਗਤੀ ਰੂਪੀ ਨਦੀ ਹੈ, ਜਿਸ ਤਰ੍ਹਾਂ ਨਦੀ 'ਚ ਪਾਣੀ ਦਾ ਪ੍ਰਵਾਹ ਚੱਲਦਾ, ਹਵਾ ਦੇ ਵੇਗ ਨਾਲ ਲਹਿਰਾਂ ਉੱਠਦੀਆਂ ਨੇ, ਇਸ ਭਗਤੀ ਰੂਪੀ ਨਦੀ ਦੇ ਵਿੱਚ ਨਾਮ ਸਿਫਤ ਸੁਠ ਉਠਤ ਤਰੰਗਾ, ਪਰਮੇਸ਼ਰ ਦੇ ਨਾਮ ਦੀਆਂ ਸਿਫਤ ਦੀਆਂ ਬੜੀਆਂ ਸੁੰਦਰ ਲਹਿਰਾਂ ਉੱਠਦੀਆਂ ਨੇ ਇਹਦੇ ਵਿੱਚ। ਨਿਕਸਨ ਥਾਨ ਜਾਸ ਸਤ ਸੰਗਾ, ਸਤ ਸੰਗਤ, ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਵਿਚਾਰ ਕੀਤੀ ਸੀ, ਕਿਸੇ ਬਹੁਤ ਵੱਡੇ ਹਜੂਮ ਨੂੰ, ਕਿਸੇ ਬਹੁਤ ਵੱਡੇ ਇਕੱਠ ਨੂੰ ਨਹੀਂ ਕਿਹਾ ਗਿਆ। ਉਹ ਠਿਕਾਣੇ ਨੂੰ, ਉਸ ਸਥਾਨ ਨੂੰ, ਜਾਂ ਉਸ ਹਜੂਮ ਨੂੰ, ਉਸ ਇਕੱਤਰਤਾ ਨੂੰ ਸਤਿਗੁਰੂ ਜੀ ਨੇ ਵਡਿਆਈ ਦਿੱਤੀ ਹੈ। ਆਹ ਹਜੂਮੇ ਖੁਸ਼ ਕੇ ਬਹਿ ਰੇ ਜ਼ਿੰਦਗੀ ਇਸਤ, ਆਹ ਹਜੂਮੇ ਖੁਸ਼ ਕੇ ਬਹਿ ਜੇ ਬੰਦਗੀ ਇਸਤ। ਭਾਈ ਨੰਦ ਲਾਲ ਜੀ ਵੀ ਕਥਨ ਕਰਦੇ ਨੇ ਕਿ ਉਹ ਇਕੱਠ ਭਲਾ ਹੈ ਜਿੱਥੋਂ ਸੱਚੀ ਜ਼ਿੰਦਗੀ ਹਾਸਲ ਕਰਨ ਵਾਸਤੇ ਪ੍ਰੇਰਨਾ ਮਿਲਦੀ ਹੈ, ਜਿਹੜਾ ਮਹਿਜ਼ ਕੇਵਲ ਔਰ ਕੇਵਲ ਰੱਬ ਦੀ ਬੰਦਗੀ ਵੀ ਜੁੜਨ ਵਾਸਤੇ ਬਣਿਆ ਹੈ। ਸਤ ਸੰਗਤ ਕੈਸੀ ਜਾਣੀ ਹੈ, ਜਿੱਥੈ ਏਕੋ ਨਾਮ ਵਿਖਾਣੀ ਹੈ। ਇਸ ਭਗਤੀ ਰੂਪੀ ਨਦੀ ਦੇ ਵਿੱਚ ਕਵੀ ਚੂੜਾਮਣੀ ਭਾਈ ਸੰਤੋਖ ਸਿੰਘ ਜੀ ਕਥਨ ਕਰਦੇ ਨੇ ਕਿ ਪਰਮੇਸ਼ਰ ਦੇ ਨਾਮ ਦੀ ਸਿਫਤਾਂ ਦੀਆਂ, ਨਾਮ ਸਿਫਤ ਸੁੱਠ ਉਠਤ ਤਰੰਗਾ, ਬੜੀਆਂ ਸੁੰਦਰ ਲਹਿਰਾਂ ਉੱਠ ਰਹੀਆਂ ਨੇ। ਨਿਕਸਨ ਥਾਨ ਜਾਸ ਸਤ ਸੰਗਾ, ਖਰੇ ਬਿਪਟ ਕਲਮਲ ਕਲ ਕਾਲਾ, ਭ੍ਰਮ ਅਗਿਆਨ ਅਦਕ ਦ੍ਰਿੜ ਕੂਲਾ। ਜਿਸ ਤਰ੍ਹਾਂ ਨਦੀ ਦੇ ਦੋ ਕਿਨਾਰੇ ਹੁੰਦੇ ਨੇ ਨਾ, ਉਹਨਾਂ ਕਿਨਾਰਿਆਂ ਦੇ ਵਿੱਚ ਨਦੀ ਵਗਦੀ ਹੈ। ਜਦੋਂ ਨਦੀ ਦਾ ਪ੍ਰਵਾਹ ਤੇਜ਼ ਹੋ ਜਾਂਦਾ ਹੈ, ਕਈ ਵਾਰ ਉਹ ਦਰਿਆ, ਉਹ ਨਦੀ ਆਪਣੇ ਕੰਢਿਆਂ ਨੂੰ ਵੀ ਭੰਨ ਤੋੜ ਦਿੰਦੀ ਹੈ। ਉਹਦੇ ਕਿਨਾਰੇ ਤੇ ਵੱਡੇ ਵੱਡੇ ਦਰਖਤ ਖੜੇ ਹੋਣ, ਉਹਨਾਂ ਨੂੰ ਵੀ ਉਖਾੜ ਦਿੰਦੀ ਹੈ। ਬਿਲਕੁਲ ਇਸੇ ਤਰ੍ਹਾਂ ਇਹ ਭਗਤੀ ਰੂਪੀ ਨਦੀ, ਭਾਈ ਸੰਤੋਖ ਸਿੰਘ ਜੀ ਕਥਨ ਕਰਦੇ ਨੇ, ਭਰਮ ਔਰ ਅਗਿਆਨਤਾ ਦੇ ਕੰਢਿਆਂ ਨੂੰ ਭੰਨਦੀ ਹੈ। ਅਗਿਆਨਤਾ ਦੂਰ ਕਰਦੀ ਹੈ, ਭਰਮ ਦੂਰ ਕਰਦੀ ਹੈ। ਭ੍ਰਮ ਅਗਿਆਨ ਅਦਕ ਦ੍ਰਿੜ ਕੂਲਾ, ਤਿਨੈ ਨਿਕੰਦਨ ਕੇ ਅਨੁਕੂਲਾ, ਖਰੇ ਬਿਪਟ ਕਲਮਲ ਕਲ ਕਾਲਾ, ਤਿਨੈ ਉਖਾਰੇ ਬੇਗ ਵਿਸਾਲਾ। ਜਿਹੜੇ ਕਲਯੁਗ ਦੇ ਪਾਪ, ਬੜੇ ਉਪਦਰ, ਇਹਨਾਂ ਨੂੰ ਪੁੱਟਣ ਵਾਸਤੇ ਇਹ ਸਿਰਫ ਭਗਤੀ ਰੂਪੀ ਨਦੀ ਹੀ ਸਮਰੱਥ ਹੈ। ਸਤਿਗੁਰ ਸਿੱਖ ਜਲ ਜੰਤ ਅਪਾਰਾ, ਵਿਛਰੇ ਨਹੀਂ ਲੀਨ ਸੁਖ ਭਾਰਾ। ਜਿਹੜੇ ਗੁਰੂ ਕੇ ਸਿੱਖ ਨੇ, ਜਿਸ ਤਰ੍ਹਾਂ ਨਦੀ ਵਿੱਚ ਰਹਿਣ ਵਾਲੇ, ਪਾਣੀ ਵਿੱਚ ਰਹਿਣ ਵਾਲੇ ਜੀਵ, ਨਦੀਆਂ ਜਾਂ ਮੱਛ ਵਗੈਰਾ ਜਾਂ ਹੋਰ ਪਾਣੀ ਵਿੱਚ ਰਹਿਣ ਵਾਲੇ ਜਿਤਨੇ ਵੀ ਜੀਵ ਨੇ, ਇਹ ਗੁਰੂ ਕੇ ਸਿੱਖ ਇਸ ਭਗਤੀ ਰੂਪੀ ਨਦੀ ਨਾਲ ਪਿਆਰ ਕਰਨ ਵਾਲੇ, ਜਿਹੜੇ ਕਦੇ, ਜਿਸ ਤਰ੍ਹਾਂ ਮੱਛੀ ਪਾਣੀ ਦਾ ਤਿਆਗ ਨਹੀਂ ਕਰਦੀ, ਪਾਣੀ ਮੱਛੀ ਦਾ ਜੀਵਨ ਹੋਇਆ ਕਰਦਾ ਹੈ, ਇਸ ਤਰ੍ਹਾਂ ਸਤ ਸੰਗਤ ਗੁਰਸਿੱਖ ਦੇ ਜੀਵਨ ਦਾ ਇੱਕ ਅੰਗ ਬਣ ਜਾਂਦੀ ਹੈ। ਉਹ ਕਦੇ ਸਤ ਸੰਗਤ ਦਾ ਤਿਆਗ ਨਹੀਂ ਕਰਦੇ। ਜਿਸ ਤਰ੍ਹਾਂ ਉਹ ਸਾਰ ਸੰਗਤ ਸੁਭਾਅ ਹੁੰਦੇ ਨੇ, ਭਾਵੇਂ ਕਿਸੇ ਦੇ ਮਾੜੇ ਬਣ ਜਾਣ, ਉਹ ਮਾੜੇ ਸੁਭਾਅ ਛੱਡਣੇ ਔਖੇ ਹੋ ਜਾਂਦੇ ਹਨ। ਜਿਨ੍ਹਾਂ ਦੇ ਚੰਗੇ ਸੁਭਾਅ ਬਣ ਜਾਂਦੇ ਹਨ, ਉਹ ਆਪਣੇ ਚੰਗੇ ਸੁਭਾਅ ਨਹੀਂ ਛੱਡਦੇ। ਭਾਈ ਗੁਰਦਾਸ ਜੀ ਦ੍ਰਿਸ਼ਟਾਂਤ ਦਿੰਦੇ ਹਨ,
मार वेको त्रास देख चोर ना तजत चोरी। बटपारा बटपारी संग वह तकत है, बेस्वरत बिरथा भय मन में न शंका माने। जुआरी न सर्वंस हारे सह थकत है, अमली न अमल तजत ज्यों तिघार किए। दोख दुख लोग वेद सुनत छकत है। इतिहास पहला ये दृष्टांत दे के भी चोरां पर मार पैंदी होवे, उन्हां नूं देख के चोर चोरी करनों नहीं हट जाते, क्योंकि उन्हां दा सुभाव, उन्हां दी आदत ऐसी बन गई है। जिहड़े राह मार धाड़ भी डाकू अपने नाल दे साथियां दे एनकाउंटर हुंदे देख के अपनियां आदतां तो बाਅਦ नहीं आउंदे, क्योंकि उन्हां नूं भी ये भैड़ी आदत बन चुकी है। विचारी पुरुष अपने नाल दे साथियों नूं बड़ियां भयानक किस्म दीयां बीमारियां लगियां देख के भी कुकर्मां तो बाਅਦ नहीं आउंदे। इसे तरह जुएबाज वो जुए विच अपना सब कुछ हार के भी जुआ खेडणों नहीं टलदे, क्योंकि उन्हां दी भैड़ी आदत बन चुकी है। अमली ना अमल ताजत जो तिघार कीए। किन्ने मर्जी उन्हां नूं धर्म शास्त्रां विचों गुरबाणी दे विचों प्रमाण या दृष्टांत दे के समझाउण दी कोशिश कर लो, वो नशियां दा सेवन नहीं छड्डदे। दोख दुख लोग वेद सुनत छकत है। ये त्यार के दृष्टांत दे के भाई साहब जी अखीर दे विच फरमान करते हैं भी जदों ये पापी जीव अपने भैड़े सुभाਅ नहीं छड्डदे, अदम असाध संग छाड़त ना अंगीकार। ये पापी जीव एक सार संगत है, एक असाध संगत है, कुसंगत है। भी जदों ये कुसंगत नहीं छड्डदे, ये अपनी भैड़ियां आदतां नहीं छड्डदे, अदम असाध संग छाड़त ना अंगीकार। ते जिन्हां गुरसिखां दा सुभाਅ बन गया है, रोज़ाना अमृत वेले जागना, इशनान करना, सिमरन विच जुड़ना, बाणी पढ़नी, सार संगत दीआं गुरु दरबार दीआं हाज़रियां भरनियां, ये उन्हां दा नित दा कर्म बन गया है। वो सार संगत सिख भी अपना कर्म नहीं छड्डदा, वो सार संगत गुरु दरबार नहीं छड्डदा। अदम असाध संग छाड़त ना अंगीकार। गुरसिख साध संग छोड़ क्यों सकत है, छोड़ क्यों सकत है। गुरसिख साध संग छोड़ क्यों सकत है, गुरसिख साध संग। महाराज के इतिहास एक प्रकरण आता है, बहुत संखेप दे विच आपां विचार करनी है। उन्होंने दरों घरों विरुस आया गसोडी खानदान विचों ही भाई माधो दास कश्मीर के इलाके में गुरमत का प्रचार कर रहा है। धर्मशाला में रोज़ सवेर शाम कथा कीर्तन होंदा है। एक बार कोई ऐसा सबब ऐसा कारण बन गया,
ਉਸ ਇਲਾਕੇ ਦੇ ਵਿੱਚ ਬਹੁਤ ਸਾਰੇ ਚੋਰਾਂ ਨੇ ਆ ਕੇ ਚੋਰੀਆਂ ਸ਼ੁਰੂ ਕਰ ਦਿੱਤੀਆਂ। ਸਰਕਾਰੀ ਐਲਾਨ ਜਾਰੀ ਕਰ ਦਿੱਤਾ ਗਿਆ ਕੁਝ ਦਿਨਾਂ ਤੋਂ ਬਾਅਦ, ਜਦੋਂ ਆਏ ਦਿਨ ਚੋਰੀਆਂ ਹੋਣ ਲੱਗੀਆਂ। ਜਿਸ ਤਰ੍ਹਾਂ ਅੱਜ ਕੱਲ੍ਹ ਕਰਫਿਊ ਆਰਡਰ ਲੱਗ ਜਾਂਦਾ ਹੈ ਕਿ ਪਹਿਰ ਰਾਤ ਬੀਤਣ ਤੋਂ ਬਾਅਦ ਜਿਹੜਾ ਵੀ ਕਿ ਇੱਧਰ ਉੱਧਰ ਫਿਰਦਾ ਪਕੜਿਆ ਗਿਆ ਉਸ ਨੂੰ ਬੜੀ ਸਖਤ ਸਜ਼ਾ ਮਿਲੇਗੀ। ਭਾਈ ਗੁਰਦਾਸ ਜੀ ਦੇ ਬਲਕਿ ਭਾਈ ਮਾਧੋ ਦਾਸ ਜੀ ਦੇ ਪਾਸ ਸਿੱਖਾਂ ਨੇ ਬੇਨਤੀ ਕੀਤੀ ਕਿ ਭਾਈ ਸਾਹਿਬ ਜੀ ਆਪ ਦੀਵਾਨ ਦਾ ਭੋਗ ਸਵਖਤੇ ਪਾ ਦਿਆ ਕਰੋ, ਤਾਂ ਜੋ ਸੰਗਤਾਂ ਸਮੇਂ ਸਿਰ ਆਪਣੇ ਘਰ ਪਹੁੰਚ ਜਾਇਆ ਕਰਨ। ਫਿਰ ਭਾਈ ਸਾਹਿਬ ਜੀ ਨੇ ਦੀਵਾਨ ਦੀ ਸਮਾਪਤੀ ਸਵਖਤੇ ਸ਼ੁਰੂ ਕਰ ਦਿੱਤੀ। ਇੱਕ ਦਿਨ ਕੋਈ ਐਸਾ ਪ੍ਰਕਰਨ ਚੱਲਿਆ, ਸਮਾਂ ਜ਼ਿਆਦਾ ਹੋ ਗਿਆ, ਸੰਗਤ ਉੱਠ ਕੇ ਵਾਪਸ ਜਾਣੀ ਸ਼ੁਰੂ ਹੋ ਗਈ। ਇੱਕ ਬੱਚਾ ਬੈਠਾ ਰਿਹਾ, ਜਦੋਂ ਭੋਗ ਪਿਆ ਭਾਈ ਮਾਧੋ ਦਾਸ ਜੀ ਨੇ ਨੇਤਰ ਖੋਲੇ, ਸਾਰੀ ਸੰਗਤ ਤੇ ਵਾਪਸ ਜਾ ਚੁੱਕੀ ਹੈ। ਉਸ ਬੱਚੇ ਨੂੰ ਕਹਿਣ ਲੱਗੇ, ਕਾਕਾ ਸਮਾਂ ਹੋ ਗਿਆ ਜ਼ਿਆਦਾ, ਤੂੰ ਇੱਥੇ ਹੀ ਰਹਿ, ਸਵਖਤੇ ਚਲੇ ਜਾਈਂ। ਪਰ ਇਹ ਕਹਿਣ ਲੱਗਾ, ਬਾਬਾ ਜੀ ਮੈਨੂੰ ਕੋਈ ਬਹੁਤ ਜ਼ਰੂਰੀ ਕੰਮ ਹੈ। ਬਦੋ ਬਦੀ ਛੁੱਟੀ ਲੈ ਕੇ ਚਲਿਆ ਗਿਆ। ਰਸਤੇ 'ਚ ਸਿਪਾਹੀਆਂ ਨੇ ਪਕੜ ਲਿਆ, ਇਸ ਨੂੰ ਚੋਰ ਜਾਣ ਕੇ ਰਾਜੇ ਨੇ ਪੇਸ਼ ਕੀਤਾ। ਰਾਜੇ ਨੇ ਪੁੱਛਿਆ ਵੀ ਦੱਸ ਤੂੰ ਕੌਣ ਹੈ, ਰਾਤ ਨੂੰ ਕਿਉਂ ਇਸ ਤਰ੍ਹਾਂ ਅਵਾਰਾ ਫਿਰ ਰਿਹਾ ਸੀ? ਇਹ ਬੱਚਾ ਕਹਿਣ ਲੱਗਾ, ਮੈਂ ਅਵਾਰਾ ਨਹੀਂ ਸੀ ਫਿਰ ਰਿਹਾ, ਮੈਂ ਤੇ ਭਾਈ ਮਾਧੋ ਦਾਸ ਜੀ ਦੀ ਧਰਮਸ਼ਾਲਾ ਵਿੱਚੋਂ ਆਇਆ। ਸਿਪਾਹੀ ਕਹਿਣ ਲੱਗੇ ਕਿ ਰਾਜਨ ਭਾਈ ਮਾਧੋ ਦਾਸ ਜੀ ਤੇ ਸਵਖਤੇ ਹੀ ਸਮਾਪਤੀ ਕਰ ਦਿੰਦੇ ਨੇ, ਹੋਰ ਨਹੀਂ ਕੋਈ ਪਕੜ ਆ ਗਿਆ ਬਾਕੀ ਤੇ ਹੋਰ ਕਿੰਨੀ ਸੰਗਤ ਆਉਂਦੀ ਹੈ। ਉਹ ਸਾਰ ਸੰਗਤ ਰਾਜੇ ਨੇ ਉਸ ਦੀ ਗੱਲ ਤੇ ਯਕੀਨ ਨਾ ਕੀਤਾ। ਇਹਨੇ ਆਪਣਾ ਪਤਾ ਠਿਕਾਣਾ ਦੱਸਿਆ, ਇਹਦੇ ਮਾਤਾ ਪਿਤਾ ਪਾਸੋਂ ਪਤਾ ਕੀਤਾ ਗਿਆ, ਪੜਤਾਲ ਕੀਤੀ ਗਈ। ਉਹਨਾਂ ਨੇ ਸੋਚਿਆ ਵੀ ਰੋਜ਼ ਸਵਖਤੇ ਹੀ ਚਲਿਆ ਜਾਂਦਾ ਹੈ, ਦੱਸ ਕੇ ਤੇ ਇਹ ਜਾਂਦਾ ਮੈਂ ਭਾਈ ਮਾਧੋ ਦਾਸ ਜੀ ਦੀ ਧਰਮਸ਼ਾਲਾ ਵਿੱਚ ਜਾ ਰਿਹਾ, ਪਰ ਸਾਨੂੰ ਕੀ ਪਤਾ ਕਿੱਥੇ ਜਾਂਦਾ ਹੈ। ਉਹਨਾਂ ਨੇ ਵੀ ਕੋਈ ਗਰੰਟੀ ਨਾ ਦਿੱਤੀ। ਰਾਜੇ ਨੇ ਇਸ ਨੂੰ ਚੋਰ ਸਮਝ ਕੇ ਆਪਣਾ ਫਰਮਾਨ ਸੁਣਾ ਦਿੱਤਾ ਵੀ ਇਸ ਨੂੰ ਸੂਲੀ ਚਾੜ ਦਿੱਤਾ ਜਾਵੇ। ਉਦੋਂ ਇਹੋ ਜਿਹੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ। ਖੈਰ ਜਦੋਂ ਬੱਚੇ ਨੂੰ ਸਜ਼ਾ ਦੇਣ ਲੱਗੇ, ਫਿਰ ਉਸ ਬੱਚੇ ਨੇ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਦਾ ਧਿਆਨ ਧਰ ਕੇ ਅਰਦਾਸ ਬੇਨਤੀ ਕੀਤੀ ਕਿ ਗਰੀਬ ਨਵਾਜ਼, ਮੈਂ ਤੇ ਕੋਈ ਚੋਰੀ ਨਹੀਂ ਕੀਤੀ, ਕੋਈ ਐਸਾ ਕੋਈ ਕਰਮ ਨਹੀਂ ਕੀਤਾ, ਜੇ ਇੱਥੇ ਮੈਨੂੰ ਸੂਲੀ ਚਾੜ ਦਿੱਤਾ, ਮੇਰਾ ਤਾਂ ਗਰੀਬ ਦਾ ਕੁਝ ਨਹੀਂ ਜਾਣਾ। ਲੋਕੀ ਕਹਿਣਗੇ ਵੀ ਕਹਾਉਂਦੇ ਨੇ ਆਪਣੇ ਆਪ ਨੂੰ ਗੁਰੂ ਕੇ ਸਿੱਖ, ਜਾਂਦੇ ਨੇ ਧਰਮਸ਼ਾਲਾ ਦੇ ਵਿੱਚ ਕਰਦੇ ਨੇ ਚੋਰੀਆਂ, ਤੇ ਆਪ ਦੇ ਨਾਂ ਵੀ ਲਾਜ ਲੱਗੇਗੀ। ਹੁਣ ਆਪ ਹੀ ਕਿਰਪਾ ਕਰੋ, ਸੁਣੋ ਬੇਨੰਤੀ ਠਾਕੁਰ ਮੇਰੇ, ਜੀ ਜੰਤ ਤੇਰੇ ਧਾਰੇ, ਰਾਖ ਪੈਜ ਨਾਮ ਆਪਣੇ ਕੀ, ਕਰਨ ਕਰਾਵਣ ਹਾਰੇ, ਰਖੀ ਸਤਿਗੁਰ ਨੀ ਪੈਜ ਨਾਮ ਆਪਣੇ, ਰਖੀ ਸਤਿਗੁਰ ਨੀ ਪੈਜ ਨਾਮ ਆਪਣੇ। ਸਾਰ ਸੰਗਤ ਐਸੀ ਸਤਿਗੁਰੂ ਜੀ ਨੇ ਅਸਚਰਜ ਖੇਡ ਵਰਤਾਈ। ਜਿਸ ਸੂਲੀ ਉੱਪਰ ਉਸ ਨੂੰ ਚਾੜਿਆ ਜਾਣਾ ਸੀ, ਸੂਲੀ ਤੇ ਹੁੰਦੀ ਹੈ ਸਖਤ, ਉਸ ਸੂਲੀ ਦੇ ਉੱਪਰ ਜਿਹਨੂੰ ਸਜ਼ਾ ਦੇਣੀ ਹੋਵੇ ਪੇਟ ਭਰਨੇ ਪਾ ਦਿੱਤਾ ਜਾਂਦਾ। ਸੂਲੀ ਪੇਟ ਵਿੱਚ ਖੁੱਭ ਜਾਂਦੀ, ਤੜਪ ਤੜਪ ਕੇ ਪ੍ਰਾਣ ਨਿਕਲਦੇ, ਪਰ ਸੂਲੀ ਹਰੀ ਭਰੀ ਹੋ ਗਈ। ਸੂਕੇ ਹਰੇ ਕੀਏ ਖਿਨ ਮਾਹੇ, ਸੂਕੇ ਕਾਸਟ ਹਰਿਆ, ਉਹਦੇ ਪੇਟ ਵਿੱਚ ਖੁੱਭ ਨਾ ਸਕੀ। ਜਦੋਂ ਇਹ ਖੇਡ ਵਰਤੀ
ਉਹਨਾਂ ਜਲਾਦਾਂ ਨੇ ਰਾਜੇ ਨੂੰ ਖਬਰ ਕੀਤੀ ਵੀ ਇਉਂ ਕਰਕੇ ਅਸੀਂ ਤੇ ਐਸਾ ਚਮਤਕਾਰ ਦੇਖਿਆ। ਫਿਰ ਰਾਜੇ ਦੇ ਮਨ ਵਿੱਚ ਖਿਆਲ ਆ ਵੀ ਉਹ ਬੱਚਾ ਕਹਿ ਰਿਹਾ ਕਿ ਮੈਂ ਤੇ ਭਾਈ ਮਾਧੋ ਦਾਸ ਜੀ ਦੀ ਧਰਮਸ਼ਾਲਾ ਵਿੱਚੋਂ ਆਇਆ ਹਾਂ। ਭਾਈ ਮਾਧੋ ਦਾਸ ਜੀ ਦੇ ਪਾਸ ਆਪਣਾ ਇੱਕ ਸਿਪਾਹੀ ਭੇਜਿਆ। ਫਿਰ ਭਾਈ ਮਾਧੋ ਦਾਸ ਜੀ ਨੇ ਦੱਸਿਆ ਵੀ ਸੱਚਮੁੱਚ ਹੀ ਕੱਲ੍ਹ ਦੀਵਾਨ ਥੋੜ੍ਹਾ ਦੇਰ ਨਾਲ ਸਮਾਪਤ ਹੋਇਆ, ਬਾਕੀ ਸੰਗਤ ਤੇ ਚਲੀ ਗਈ ਵਾਪਸ, ਪਰ ਇੱਕ ਬੱਚਾ ਰਹਿ ਗਿਆ। ਅਸੀਂ ਉਸ ਨੂੰ ਰੋਕਿਆ, ਵਰਜਿਆ ਵੀ, ਪਰ ਉਹ ਕਹਿਣ ਲੱਗਾ ਮੈਨੂੰ ਘਰ ਕੋਈ ਬਹੁਤ ਜ਼ਰੂਰੀ ਕੰਮ ਹੈ। ਉਹ ਸਾਰੀ ਸੰਗਤ ਜਦੋਂ ਭਾਈ ਮਾਧੋ ਦਾਸ ਜੀ ਨੇ ਉਸ ਬੱਚੇ ਦੀ ਜ਼ਿੰਮੇਵਾਰੀ ਲਈ, ਰਾਜੇ ਨੇ ਉਸ ਨੂੰ ਛੱਡ ਦਿੱਤਾ, ਉਸ ਨੂੰ ਆਜ਼ਾਦ ਕਰ ਦਿੱਤਾ। ਭਾਈ ਮਾਧੋ ਦਾਸ ਜੀ ਦੀ ਧਰਮਸ਼ਾਲਾ ਵਿੱਚ ਆ ਗਿਆ। ਫਿਰ ਐਸਾ ਵੀ ਜ਼ਿਕਰ ਆਉਂਦਾ ਹੈ ਇਤਿਹਾਸ ਦੇ ਵਿੱਚ ਕਿ ਭਾਈ ਮਾਧੋ ਦਾਸ ਜੀ ਉਸ ਬੱਚੇ ਨੂੰ ਨਾਲ ਲੈ ਕੇ ਪਹੁੰਚੇ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਉਹ ਸਾਰੀ ਵਾਰਤਾ ਉਸ ਬੱਚੇ ਨੇ ਭਾਈ ਮਾਧੋ ਦਾਸ ਜੀ ਨੇ ਦੱਸੀ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਸ ਵੇਲੇ ਸਿੱਖਾਂ ਨੂੰ ਮੁਖਾਤਬ ਹੋ ਕੇ ਇੱਕ ਸ਼ਬਦ ਦਾ ਉਚਾਰਨ ਕਰ ਰਹੇ ਸੀ। ਕਾਹੇ ਰੇ ਮਨ ਚਿੱਤ ਵੈ ਉਦਮ ਜਾ ਆਹਰ ਹਰ ਜੀਉ ਪਰਿਆ, ਸੈਲ ਪੱਥਰ ਮੈਂ ਜੰਤੋ ਪਾਏ ਤਾਕਾ ਰਿਜਕ ਆਗਿਆ ਕਰ ਧਰਿਆ। ਜਿਹੜੇ ਗੁਰੂ ਘਰ ਦੇ ਸੰਪਰਦਾਈ ਮਹਾਂਪੁਰਖ ਵਿਦਵਾਨ ਨੇ ਉਹ ਜਦੋਂ ਇਹ ਸ਼ਬਦ ਦੀ ਉਥਾਨ ਕਰ ਦਿੰਦੇ ਨੇ, ਦੇਖੋ ਸਾਰੇ ਸ਼ਬਦ ਦੇ ਵਿੱਚ ਉਸ ਪਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਹੈ ਜਿਹੜਾ ਜੀਵਾਂ ਨੂੰ ਰੋਜ਼ੀ ਦਿੰਦਾ ਹੈ। ਇਹ ਪਰਮਾਤਮਾ ਦਾ ਹੀ ਬਿਰਦ ਹੈ ਨਾ। ਜਲ ਮੈਂ ਜੰਤੋ ਪਾਏ ਕਹਿ ਤਿਨਾ ਪੇ ਰੋਜ਼ੀ ਦੇ, ਪਾਣੀ ਵਿੱਚ ਰਹਿਣ ਵਾਲੇ ਜੀਵਾਂ ਦੀ ਰੋਜ਼ੀ ਦਾ ਬੰਦੋਬਸਤ ਵੀ ਕਰਦਾ ਹੈ। ਅਸਮਾਨ ਵਿੱਚ ਉੱਡਣ ਵਾਲੇ ਪੰਛੀ ਪਰੰਦੋਏ ਨਾ ਗਰਾਹ ਜਰ, ਦਰਖਤ ਆਪ ਆਸ ਕਰ ਦੇਹੰਦ ਸੂਈ, ਏਕ ਤੂੰ ਹੀ ਏਕ ਤੂੰ ਹੀ। ਉਹਨਾਂ ਨੂੰ ਵੀ ਭੁੱਖੇ ਨਹੀਂ ਮਰਨ ਦਿੰਦਾ। ਜਿਹੜੇ ਪਰਮਾਤਮਾ ਦੀ ਹੋਂਦ ਵਿੱਚ ਯਕੀਨ ਕਰਦੇ ਹਨ ਉਹਨਾਂ ਦੀ ਵੀ ਪਾਲਣਾ ਕਰਦਾ ਹੈ। ਜਿਹੜੇ ਕਹਿੰਦੇ ਨੇ ਰੱਬ ਨਾਂ ਦੀ ਹਸਤੀ, ਰੱਬ ਨਾਂ ਦੀ ਸ਼ਕਤੀ ਕੋਈ ਨਹੀਂ, ਉਹਨਾਂ ਨੂੰ ਵੀ ਭੁੱਖੇ ਨਹੀਂ ਮਰਨ ਦਿੰਦਾ। ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜਮਾਨ ਕੋ ਦੈ ਹੈ, ਕਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦਮਾ ਪਤ ਲੈ ਹੈ। ਉਹ ਤੇ ਅਕਿਰਤ ਘਨਾ ਨੂੰ ਪਾਲਦਾ। ਕਿਉਂਕਿ ਤੁਸੀਂ ਸੁਣਿਆ ਨਾ ਜੀ ਫਾਦਰ ਡੇ ਹੈ, ਸਾਡਾ ਫਾਦਰ, ਸਾਡਾ ਪਰਮਾਤਮਾ, ਸਾਡਾ ਸੁਆਮੀ, ਸਾਡਾ ਪਿਤਾ ਕੌਣ ਹੈ? ਭੂਮੀ ਜਲ ਮੈਂ ਤਨ ਤਿਸ ਬਾਹਰ ਪੰਖ ਕੀਰਤਨ ਨਾਹੀ, ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ। ਪਾਖਣ ਕੀਟ ਗੁਪਤ ਹੋਏ ਰਹਿਤਾ ਤਾ ਚੋ ਮਾਰਗ ਨਾਹੀ, ਕਹਿ ਧੰਨਾ ਪੂਰਨ ਤਾਹੂ ਕੋ ਮਤ ਰੇ ਜੀ ਡਰਾਈ। ਸਾਡੇ ਦੁਨਿਆਵੀ ਪਿਤਾ ਉਹ ਤੇ ਸਾਡੇ ਪਾਸੋਂ ਕੋਈ ਐਸੀ ਅਵਗਿਆ ਹੋ ਜਾਵੇ ਨਾ, ਉਹ ਕਈ ਵਾਰ ਫਿਰ ਮਜਬੂਰ ਹੋ ਕੇ ਸਾਨੂੰ ਬੇਦਖਲ ਵੀ ਕਰ ਦਿੰਦੇ ਨੇ। ਪਰ ਸਾਡਾ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਤੇ ਐਸਾ ਦਿਆਲੂ ਹੈ, ਜੈਸਾ ਬਾਰਕ ਭਾਏ ਸੁਭਾਈ ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੈ ਬਹੁ ਭਾਂਤੀ ਬਾਹੁੜ ਪਿਤਾ ਗਲ ਲਾਵੇ। यहाँ पर ਅਸੀਂ ਪੁੱਤਰਾਂ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦੇ, ਜਿਨ੍ਹਾਂ ਨੇ ਜਦੋਂ ਆਪਣਾ ਖਾਲਸਾ ਪੰਥ ਸਾਜਿਆ, ਪੰਜਾਂ ਨੂੰ ਅੰਮ੍ਰਿਤ ਛਕਾਇਆ, ਇਹ ਹੁਕਮ ਕੀਤਾ ਵੀ ਅੱਜ ਤੋਂ ਤੁਹਾਡੇ ਪਿਤਾ ਜਿਹੜਾ ਤੁਹਾਡੇ ਦੁਨਿਆਵੀ ਸੰਬੰਧ, ਠੀਕ ਹੈ ਤੁਸੀਂ ਆਪਣੇ ਦੁਨਿਆਵੀ ਮਾਤਾ ਪਿਤਾ ਦਾ ਸਤਿਕਾਰ ਕਰਨਾ, ਆਪਣੀਆਂ ਵਿਵਹਾਰਕ ਆਪਣੀਆਂ ਦੁਨਿਆਵੀ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਨੇ, ਪਰ ਅੱਜ ਤੋਂ ਤੁਹਾਡਾ ਅਸਲੀ ਨਾਤਾ ਗੁਰੂ ਨਾਲ ਬਣ ਗਿਆ ਹੈ। ਉਹ ਸਾਰ ਸੰਗਤ ਸਿੱਖ ਆਪਣਾ ਪਿਤਾ ਸਮਝਦਾ। ਪਿਤਾ ਗੁਰੂ ਗੋਬਿੰਦ ਸਿੰਘ ਜੀ, ਮਾਤਾ ਸਾਹਿਬ ਕੌਰ ਜੀ, ਜਨਮ ਸ੍ਰੀ ਕੇਸਗੜ੍ਹ ਸਾਹਿਬ ਦਾ ਵਾਸੀ, ਆਨੰਦਪੁਰ ਦਾ, ਨਾਨਕੇ ਗੁਰੂ ਕੀ ਲਾਹੌਰ, ਇਸ਼ਟ ਇੱਕ ਅਕਾਲ ਪੁਰਖ ਵਾਹਿਗੁਰੂ ਔਰ ਗੁਰੂਦੇਵ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਇਹ ਸਿੱਖ ਦਾ ਐਡਰੈਸ ਹੈ, ਸਿੱਖ ਦਾ ਟਿਕਾਣਾ ਪਤਾ ਹੈ। ਹੁਣ ਸਾਰ ਸੰਗਤ ਸਾਡੇ ਪਿਤਾ ਨੇ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਉਹ ਕੈਸੇ ਸਮਰੱਥ ਨੇ ਜਿਹੜੇ ਆਪਣੇ ਪੁੱਤਰਾਂ ਵਾਸਤੇ ਆਪਣਾ ਪਿਤਾ ਵਾਰ ਦਿੰਦੇ ਨੇ। ਆਪਣੇ ਪੁੱਤਰਾਂ ਵਾਸਤੇ ਸਤਿਗੁਰੂ ਜੀ ਆਪਣੇ ਸਾਹਿਬਜ਼ਾਦੇ ਕੁਰਬਾਨ ਕਰ ਦਿੰਦੇ ਨੇ। ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਅੱਜ ਫਾਦਰ ਡੇ ਤੇ ਅਸੀਂ ਆਪਣੇ ਮਾਪਿਆਂ ਨੂੰ, ਆਪਣੇ ਪਿਤਾ ਨੂੰ ਗਿਫਟ ਦਿੰਦੇ ਆ। ਸਾਡੀ ਕੋਈ ਔਕਾਤ ਹੈ ਕਿ ਅਸੀਂ ਆਪਣੇ ਗੁਰੂ ਪਿਤਾ ਨੂੰ ਕੋਈ ਐਸਾ ਤੋਹਫਾ ਦੇਈਏ ਕਿ ਗੁਰੂ ਸਾਡੇ ਉੱਪਰ ਪ੍ਰਸੰਨ ਹੋ ਜਾਵੇ, ਗੁਰੂ ਦੀ ਸਾਡੇ ਉੱਪਰ ਖੁਸ਼ੀ ਹੋ ਜਾਵੇ। ਉਹ ਸਾਰ ਸੰਗਤ ਔਕਾਤ ਤੇ ਆਪਣੀ ਕੋਈ ਨਹੀਂ ਗੁਰੂ ਨੂੰ ਗਿਫਟ ਦੇਣ ਦੀ, ਪਰ ਇੱਕ ਕੰਮ ਕਰ ਸਕਦੇ ਹਾਂ,
क्योंकि सतगुरु जी ने कहा, रह नहीं रहा सोई सिख मेरा, ओ साहिब मैं उसका चेहरा। गुरु की रहत धारण करके खंडे बट का अमृत छक के आप गुरु की खुशी लै सकते हैं। अपने खालसे नूं सतगुरु जी ने इतना वड्डा मान दिता, खालसा मेरो रूप है खास कहा। ਆਪਾਂ गुरु के खास रूप बन के गुरु की प्रसन्नता लै सकते हैं। खैर ये बिरध है गुरु का, बिरध है परमात्मा का, अकाल पुरख हुआ है गुरु का। जान को देत अजान को देत, जमीन को देत जमान को दय है, काहे को डोलत है तुमरी सुध सुंदर श्री पदमा पत लय है। सतगुरु जी इस भाव का शब्द उच्चारण कर रहे सन। इन्हें आके भाई माधव दास जी ने नमस्कार की। भाई माधव दास जी ने मुखातब होकर सतगुरु जी ने यह वचन कहा, मेरे माधव जी सत संगत मिले सुतरिया, गुर प्रसाद परम पद पाया, सूके कास्ट हरिया। भाई गुरदास जी बैठे सन, उन्होंने बेनती की, महाराज जिहड़ा शब्द का भाव सी इत्थे आके सानू कुछ बदल गया प्रतीत होंदा है। पहला परमात्मा की अकाल पुरख वाहिगुरू की सिफत विच आप उच्चारण कर रहे थे कि परमात्मा पत्थर विच रहण वाले कीड़ियां की रोजी का बंदोबस्त भी करता है। जो आपने हुण ये वचन उच्चारण किया है कि गुर प्रसाद परम पद पाया, सूके कास्ट हरिया। फिर भाई माधव दास जी वाल सतगुरु जी ने इशारा किया कि भाई साहब जी ने फिर खलो के वो सारी वार्ता उस बच्चे की दसी कि किवें सूके कास्ट हरिया, किवें उस सूली भी हरी भरी हो गई, इस बच्चे की रखिया हुई। फिर बाकी का शब्द सतगुरु जी ने उसे भाव अर्थ का उच्चारण किया, जनन पिता लोक सुत बनता, कोय न किसकी धरिया, सिर सिर रिजक संभाहे, ठाकुर काहे मन भाव करिया। वो जे उदाहरण पहले दृष्टांत के नाल मिलते जुलते, ऊडे उड़ावै सैकोसा तिस पाछा बचरे छड़िया, तेने कवन खुलावै कवन चुगावै, मन में सिमरन करे। खैर ध्यान दे, वो जिहड़े गुरु के सिख ने ना, इस भगती रूपी नदी विच गोते लाउण वाले सतगुर सिख जल जंत अपारा, विचरै नहीं लीन सुख भारा। वो कदी इस सत संगत रूपी नदी का त्याग नहीं करते, बल्कि इस नदी विच गोते ला के आनंद माणदे ने, अपनी तृष्णा की प्यास बुझा लैंदे ने, इहदे विचों अमृत जल छक के, और जिहड़ी अंदर तपश है ना विकारां दी, उस नूं भी दूर कर लेंदे ने जदों इस भगती की नदी विच गोते लाउंदे ने। आप सबनां दे अत्यंत वड्डे भाग ने जो रोज़ाना सतगुरुआं दे सचखंड दरबार विच पहुँच के इस भगती रूपी नदी विच गोते लाउंदे हो, गुरबाणी दे कीर्तन और विचारां दा आनंद माणदे हो। आओ हुण समा के इजाजत नहीं दे रहा, सब गुरु हुकमाई भाई श्री आनंद साहिब और गुरु स्तोत्र का गायन करेंगे। राम कुली महला तीजा आनंद, एक ओंकार सतगुर प्रसाद, आनंद पाया मेरी माए, सतगुरु मैं पाया। अब दो दादा हरी तेरा मन नहीं बुझाया, नाल नाम मन मेरे दुख सब विसारना। नाम मेरा आधार, हाथ नाम आधार मेरा, इन दुखा सब दुआइया।
ਸਾਨੂੰ ਸ਼ਬਦ ਕਰੋ ਪਿਆਰੋ ਧਨ ਹੈ ਗੁਰੂ ਨਾਨਕ ਸਾਹਿਬ ਧਨ ਹੈ
ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਰੀ ਸੰਗਤ ਦੀ ਹਾਜ਼ਰੀ ਪ੍ਰਵਾਨ ਕਰਨੀ ਬਚਪਨ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੈ ਸਾਧ ਸੰਗਤ ਜੀ, ਬਾਗ ਕਾਫੀ ਲੋਟ ਵਿੱਚ ਬਲੂ ਕਲਰ ਦੀ ਨਿਸ਼ਾਨ ਕਾਰ ਖੜੀ ਹੈ। ਨੰਬਰ ਹੈ HTB 2671। ਕਿਰਪਾ ਕਰਕੇ